Hello everyone, I'm your Sandeep ma'am from Desma Smart School Moga. Today I will teach you meaning and techniques of scientific management. Let us start. The concept of scientific management was introduced by Frederick Winslow Taylor, ਜਿਨ੍ਹਾਂ ਨੂੰ father of scientific management ਦੇ ਨਾਮ ਨਾਲ ਵੀ ਜਾਣਿਆ ਜਾਂਦਾ। ਮਿਸਟਰ ਟੇਲਰ ਦੇ ਆਉਣ ਤੋਂ ਪਹਿਲਾਂ ਵੀ ਹਰੇਕ ਬਿਜ਼ਨਸ ਆਰਗੇਨਾਈਜੇਸ਼ਨ ਦੇ ਵਿੱਚ ਕੀ ਸੀਗਾ ਕਿ ਮੈਨੇਜਮੈਂਟ ਸੀ। ਹਰੇਕ ਮੈਨੇਜਰ ਨੇ ਕੀ ਹੈ ਬਿਜ਼ਨਸ ਵਿੱਚ ਜੋ ਸਿਚੁਏਸ਼ਨ ਚੱਲ ਰਹੀ ਹੈ ਉਹਦੇ ਅਕੋਰਡਿੰਗ ਕੀ ਹੈ ਡਿਸੀਜ਼ਨ ਲੈਣਾ ਹੁੰਦਾ ਸੀ। ਬਟ ਮਿਸਟਰ ਟੇਲਰ ਦੇ ਆਉਣ ਤੋਂ ਬਾਅਦ ਉਹਨਾਂ ਨੇ ਇਹ ਟਰਾਈ ਕੀਤਾ ਕਿ ਮੈਨੇਜਮੈਂਟ ਨੂੰ ਸਾਇੰਸ ਦੇ ਨਾਲ ਕੀ ਹੈ ਕੰਬਾਈਨ ਕੀਤਾ ਜਾਵੇ। ਤਾਂ ਇਸ ਦੇ ਨਾਲ ਕੀ ਸੀਗਾ ਕਿ ਉਹ ਸਿਚੁਏਸ਼ਨ ਦੇ ਨਾਲ ਜੋ ਪ੍ਰੋਬਲਮ ਸੀਗੀਆਂ ਠੀਕ ਹੈ ਉਹਨਾਂ ਨੂੰ ਫਾਈਂਡ ਆਊਟ ਕੀਤਾ ਜਾਵੇ। ਤਾਂ Next, meaning of scientific management. It refers to that management which thinks that by scientifically analyzing work, it would be possible to find one best way to do it. ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਮਿਸਟਰ ਟੇਲਰ ਨੇ ਮੈਨੇਜਮੈਂਟ ਨੂੰ ਸਾਇੰਸ ਦੇ ਨਾਲ ਕੰਬਾਈਨ ਕਰਨ ਦੀ ਕੋਸ਼ਿਸ਼ ਕੀਤੀ, ਜਿਹਦੇ ਨਾਲ ਕਿ ਆਪਾਂ ਹਰੇਕ ਵਰਕ ਨੂੰ ਸਾਇੰਟੀਫਿਕਲੀ ਕਰ ਸਕਦੇ ਹਾਂ। ਆਪਾਂ ਵਰਕ ਨੂੰ ਸਾਇੰਟੀਫਿਕਲੀ ਤਾਂ ਹੀ ਕਰ ਸਕਾਂਗੇ ਜੇਕਰ ਆਪਣੇ ਕੋਲ ਇੱਕ ਅੱਛਾ ਵੇ ਹੋਏਗਾ, ਮੀਨਸ ਉਹਦਾ ਇੱਕ ਅੱਛਾ ਆਪਣੇ ਕੋਲ ਮੈਥਡ ਹੋਏਗਾ, ਫਿਰ ਹੀ ਆਪਾਂ ਕੀ ਹੈ ਇੱਕ ਵਰਕ ਨੂੰ ਅੱਛੇ ਤਰੀਕੇ ਨਾਲ ਕਰ ਸਕਦੇ ਹਾਂ। ਮਾਈ ਡੀਅਰ ਸਟੂਡੈਂਟ, ਮੂਵ ਟੂ ਦ ਨੈਕਸਟ ਟੋਪਿਕ, ਟੈਕਨੀਕਸ ਆਫ ਸਾਇੰਟੀਫਿਕ ਮੈਨੇਜਮੈਂਟ। ਟੋਟਲ ਟੈਕਨੀਕਸ 7 ਹੈ ਸਾਇੰਟੀਫਿਕ ਮੈਨੇਜਮੈਂਟ ਦੇ ਅੰਡਰ, ਠੀਕ ਹੈ। ਫੰਕਸ਼ਨਲ ਫੋਰਮੈਨਸ਼ਿਪ, standardization and simplification of work, method study, differential piece rate system ਜਿਹਨੂੰ wage rate system ਵੀ ਕਹਿ ਦਿੰਦੇ ਆ, fatigue study, time study, motion study. Come to the first point, functional foremanship. FW ਟੇਲਰ ਨੇ ਕੀ ਕੀਤਾ ਕਿ ਜੋ ਫੈਕਟਰੀਜ਼ ਦੇ ਵਿੱਚ ਵਰਕ ਹੋ ਰਿਹਾ ਵਾ ਉਹਨੂੰ ਈਜ਼ੀ ਕਰਨ ਦੇ ਲਈ ਕਿ ਉਹਨੂੰ ਸਮਾਲ ਪਾਰਟ ਦੇ ਵਿੱਚ ਕੀ ਡਿਵਾਈਡ ਕਰ ਦਿੱਤਾ ਗਿਆ। ਜਿੱਦਾਂ ਕਿ ਫੈਕਟਰੀਜ਼ ਦੇ ਵਿੱਚ ਡਿਵੀਜ਼ਨ ਹੋ ਗਈ, 2 ਡਿਪਾਰਟਮੈਂਟਸ ਬਣ ਗਏ, ਪਲੈਨਿੰਗ ਡਿਪਾਰਟਮੈਂਟ ਐਂਡ ਪ੍ਰੋਡਕਸ਼ਨ ਡਿਪਾਰਟਮੈਂਟ। ਅਗਰ ਪਲੈਨਿੰਗ ਡਿਪਾਰਟਮੈਂਟ ਅਲੱਗ ਹੋਵੇਗਾ ਤਾਂ ਜੋ ਪ੍ਰੋਡਕਸ਼ਨ ਡਿਪਾਰਟਮੈਂਟ ਆ ਉਹ ਆਪਣਾ ਕੰਸਨਟ੍ਰੇਸ਼ਨ ਸਿਰਫ ਪ੍ਰੋਡਕਸ਼ਨ 'ਤੇ ਕਰਨਗੇ, ਪਲੈਨਿੰਗ ਦੇ ਉੱਤੇ ਨਹੀਂ ਕਰਨਗੇ। ਔਰ ਪਲੈਨਿੰਗ ਡਿਪਾਰਟਮੈਂਟ ਸਿਰਫ ਆਪਣੀ ਕੰਸਨਟ੍ਰੇਸ਼ਨ ਪਲੈਨਿੰਗ ਦੇ ਉੱਤੇ ਹੀ ਕਰਨਗੇ। In functional foremanship, minimum 8 functional experts should be present to supervise and give order to the worker. Means organization ਦੇ ਵਿੱਚ ਕੀ ਹੈ ਜੋ ਆਪਾਂ ਡਿਪਾਰਟਮੈਂਟ ਬਣਾਏ ਹੋਏ ਆ, ਪਲੈਨਿੰਗ ਡਿਪਾਰਟਮੈਂਟ ਔਰ ਪ੍ਰੋਡਕਸ਼ਨ ਡਿਪਾਰਟਮੈਂਟ, ਉਹਨਾਂ ਦੇ ਵਿੱਚ ਆਪਾਂ ਘੱਟ ਤੋਂ ਘੱਟ 8 ਜਿਹੜੇ ਐਕਸਪਰਟ ਰੱਖਾਂਗੇ ਜਿਹੜੇ ਕਿ ਵਰਕਰ ਨੂੰ ਕੀ ਆਰਡਰ ਦੇਣਗੇ ਔਰ ਉਹਨਾਂ ਦੇ ਵਰਕ ਨੂੰ ਦੇਖਣਗੇ। ਜਿੱਦਾਂ ਹੁਣ ਆਪਾਂ ਪ੍ਰੋਡਕਸ਼ਨ ਔਰ ਪਲੈਨਿੰਗ ਡਿਪਾਰਟਮੈਂਟ ਆ ਉਹਨਾਂ ਦੇ ਵਿੱਚ ਕੀ ਕਰਾਂਗੇ, ਪ੍ਰੋਡਕਸ਼ਨ ਡਿਪਾਰਟਮੈਂਟ ਦੇ ਵਿੱਚ ਵੀ ਆਪਾਂ 4 ਐਕਸਪਰਟ ਨੂੰ ਅਪੁਆਇੰਟ ਕਰਾਂਗੇ, ਇਸੇ ਤਰ੍ਹਾਂ ਪਲੈਨਿੰਗ ਡਿਪਾਰਟਮੈਂਟ ਵਿੱਚ ਵੀ 4 ਜਿਹੜੇ ਐਕਸਪਰਟ ਆ ਉਹਨਾਂ ਨੂੰ ਅਪੁਆਇੰਟ ਕਰਾਂਗੇ। ਫਰਦਰ ਆਪਾਂ ਇਹ ਡਿਸਕਸ ਕਰਾਂਗੇ ਜੋ ਆਪਾਂ 8 ਐਕਸਪਰਟ ਜਿਹੜੇ ਆ ਆਪਣੇ ਬਿਜ਼ਨਸ ਦੇ ਲਈ ਕਿ ਅਪੁਆਇੰਟ ਕੀਤੇ ਹੈਗੇ ਆ। ਜਿੱਦਾਂ ਪਲੈਨਿੰਗ ਡਿਪਾਰਟਮੈਂਟ ਔਰ ਪ੍ਰੋਡਕਸ਼ਨ ਡਿਪਾਰਟਮੈਂਟ ਦੇ ਵਿੱਚ ਆਪਾਂ 4 ਜਿਹੜੇ ਅਪੁਆਇੰਟ ਕੀਤੇ ਆ। ਪਲੈਨਿੰਗ ਆਫਿਸਰ ਕਿਹੜੇ ਹੈਗੇ ਆ, ਰੂਟ ਕਲਰਕ, ਇੰਸਟਰਕਸ਼ਨ ਕਾਰਡ ਕਲਰਕ, ਟਾਈਮ ਐਂਡ ਕਾਸਟ ਕਲਰਕ, ਡਿਸਿਪਲਿਨਰੀਅਨ। ਔਰ ਪ੍ਰੋਡਕਸ਼ਨ ਦੇ ਵਿੱਚ ਕਿਹੜੇ ਆਉਂਦੇ, ਸਪੀਡ ਬੌਸ, ਗੈਂਗ ਬੌਸ, ਰਿਪੇਅਰ ਬੌਸ, ਇੰਸਪੈਕਟਰ। ਇਹ ਜੋ ਪਲੈਨਿੰਗ ਆਫਿਸਰ ਐਂਡ ਪ੍ਰੋਡਕਸ਼ਨ ਆਫਿਸਰ ਹੈਗੇ ਆ ਇਹਨਾਂ ਨੇ ਫਰਦਰ ਕੀ ਆ ਵਰਕਰ ਨੂੰ ਕੀ ਆ ਗਾਈਡ ਕਰਨਾ ਵਾ, ਉਹਨਾਂ ਨੂੰ ਆਰਡਰ ਦੇਣੇ ਆ। ਨੈਕਸਟ, ਪਲੈਨਿੰਗ ਡਿਪਾਰਟਮੈਂਟ ਦੇ ਵਿੱਚ ਜੋ ਆਪਾਂ 4 ਐਕਸਪਰਟ ਅਪੁਆਇੰਟ ਕੀਤੇ ਉਹਨਾਂ ਦੇ ਬਾਰੇ ਡਿਸਕਸ ਕਰਦੇ ਹਾਂ। ਫਸਟ ਹੈਗਾ ਰੂਟ ਕਲਰਕ। ਦਿਸ ਕਲਰਕ ਸਪੈਸੀਫਾਈ ਦਾ ਸੀਕੁਐਂਸ ਆਫ ਕੰਪਲੀਟਿੰਗ ਅ ਪਰਟੀਕੂਲਰ ਵਰਕ, meaning thereby the stages it shall have to pass before being finalized. ਜੋ ਰੂਟ ਕਲਰਕ ਹੈਗੇ ਆ ਉਹ ਰਿਸਪੋਂਸੀਬਲ ਹੁੰਦੇ ਆ ਕਿ ਵਰਕ ਦੇ ਸੀਕੁਐਂਸ ਔਰ ਸਟੈਪ ਨੂੰ ਡਿਸਾਈਡ ਕਰਨ ਦੇ ਲਈ ਕਿ ਕਿਹੜਾ ਵਰਕ ਜਿਹੜਾ ਹੈਗਾ ਵਾ ਕਦ ਕੀਤਾ ਜਾਣਾ ਔਰ ਕਿਸ ਦੇ ਬਾਅਦ ਕੀਤਾ ਜਾਣਾ ਵਾ, ਠੀਕ ਹੈ। ਇਹਨਾਂ ਨੇ ਇਹ ਡਿਸਾਈਡ ਕਰਨਾ ਹੁੰਦਾ ਵਾ। ਦੈਨ ਨੈਕਸਟ, ਇੰਸਟਰਕਸ਼ਨ ਕਾਰਡ ਕਲਰਕ। ਦਿਸ ਕਲਰਕ prepare the instruction card for the worker and hand them over to gang boss. These cards contain information about the nature of the work, procedure of doing it, material to be used and detail about machinery. ਜੋ ਇੰਸਟਰਕਸ਼ਨ ਮੈਨੇਜਰ ਹੁੰਦੇ ਆ, ਠੀਕ ਹੈ, ਉਹਨਾਂ ਦਾ ਕੀ ਵਰਕ ਹੁੰਦਾ, ਉਹਨਾਂ ਦੀ ਕੀ ਰਿਸਪੋਂਸੀਬਿਲਿਟੀ ਹੁੰਦੀ ਹੈ ਕਿ ਉਹਨਾਂ ਨੇ ਇੱਕ ਇੰਸਟਰਕਸ਼ਨ ਕਾਰਡ ਜਿਹੜਾ ਆਪਾਂ ਵਰਕਰ ਨੂੰ ਦੇਣਾ ਵਾ, ਠੀਕ ਹੈ, ਉਹ ਪ੍ਰਪੇਅਰ ਕਰਨਾ ਹੁੰਦਾ ਵਾ ਜਿਹੜਾ ਕਿ ਆਪਾਂ ਗੈਂਗ ਬੌਸ ਨੂੰ ਕੀ ਦੇਵਾਂਗੇ ਫਰਦਰ। ਇਸ ਕਾਰਡ ਦੇ ਵਿੱਚ ਕਿਹੜੀ ਇਨਫੋਰਮੇਸ਼ਨ ਹੋਵੇਗੀ, ਉਹ ਹੋਵੇਗੀ ਵਰਕ ਦੇ ਰਿਲੇਟਡ ਕਿ ਵਰਕ ਦਾ ਨੇਚਰ ਕਿਸ ਟਾਈਪ ਦਾ ਵਰਕ ਹੈਗਾ ਵਾ, ਪ੍ਰੋਸੀਜਰ ਕੀ ਹੋਏਗਾ, ਜੋ ਮਟੀਰੀਅਲ ਵਰਕ ਜੋ ਆਪਾਂ ਪ੍ਰੋਡਕਸ਼ਨ ਕਰਨੀ ਹੈਗੀ ਉਹਦੇ ਵਿੱਚ ਜੋ ਮਟੀਰੀਅਲ ਯੂਜ਼ ਹੋਣਾ ਵਾ ਉਹ ਕਿਹੜਾ ਹੈਗਾ ਵਾ, ਔਰ ਮਸ਼ੀਨਰੀ ਦੀ ਡਿਟੇਲ ਹੋਏਗੀ ਉਸ ਇੰਸਟਰਕਸ਼ਨਸ ਦੇ ਵਿੱਚ। ਥਰਡ, ਟਾਈਮ ਐਂਡ ਕਾਸਟ ਕਲਰਕ। ਦਿਸ ਕਲਰਕ ਡਿਸਾਈਡ ਐਜ਼ ਟੂ ਵੈਨ ਅ ਪਰਟੀਕੂਲਰ ਵਰਕ ਇਜ਼ ਟੂ ਬੀ ਸਟਾਰਟਡ ਐਂਡ ਫਿਨਿਸ਼ਡ, meaning thereby as to what time the whole work
will take place. It also decided at the same time at what cost the product will be produced. Means जो टाइम एंड कॉस्ट क्लर्क का उसकी रिस्पॉन्सिबिलिटी की हैगी आ कि जो वर्क फैक्ट्री ਦੇ ਵਿੱਚ ਹੋਏਗਾ ਉਹ ਕਿੰਨਾ ਟਾਈਮ ਦੇ ਵਿੱਚ ਫਿਨਿਸ਼ ਹੋਏਗਾ, ਠੀਕ ਹੈ। ਉਹਦਾ ਸਟਾਰਟਿੰਗ ਔਰ ਫਿਨਿਸ਼ ਟਾਈਮ ਜਿਹੜਾ ਹੈਗਾ ਵਾ ਉਹ ਪੂਰਾ ਉਹ ਮੈਂਸ਼ਨ ਕਰੇਗਾ, ਔਰ ਨਾਲ ਹੀ ਉਹ ਟਾਈਮ ਦੇ ਨਾਲ ਨਾਲ ਉਹ ਪ੍ਰੋਡਕਟ ਦੀ ਜੋ ਕਾਸਟ ਹੋਏਗੀ ਕਿੰਨੀ ਕਾਸਟ ਪਏਗੀ प्रोडक्शन के टाइम पे वो भी मैंशन करेगा। फोर्थ, डिसिप्लिन ऑफिसर। द डिसिप्लिन ऑफिसर इंश्योर्स दैट एवरी वर्क इज बीइंग परफॉर्म इन डिसिप्लिन मैनर। प्रोडक्शन डिपार्टमेंट दे विच आपां की 4 एक्सपर्ट बारे डिस्कस करते हैं। फर्स्ट हैगा गैंग बॉस। गैंग बॉस एक लीडर की तरह की वर्क करता वा, जिन्हें की अपनी फैक्ट्री दे विच प्रोडक्शन डिपार्टमेंट दे विच की पूरा अरेंजमेंट करना हुंदा वा, मशीनरी दा मटीरियल दा जो भी कुछ चाहिए वा उन्हां दे लई, तां जो प्रोडक्शन करन दे टाइम ते कोई भी उन्हां नूं किस टाइप की प्रॉब्लम ना आवे। सैकेंड है स्पीड बॉस। स्पीड बॉस ने ये इंश्योर करवाना कि जो प्रोडक्शन डिपार्टमेंट दे विच वर्कर की काम कर रहे हैं वो एक रिक्वायर्ड और एक्सपैक्टेड स्पीड ते कर रहे हैं। जेकर कोई भी वर्कर उस रिक्वायर्ड स्पीड के अकॉर्डिंग वर्क नहीं कर रहा तो वो किया उस चीज़ उस प्रॉब्लम के लिए किया सोल्यूशन फाइंड आउट करेगा स्पीड बॉस। तो रिपेयर बॉस। द मेन फंक्शन ऑफ द रिपेयर बॉस इज़ टू कीप द मशीन्स एंड टूल्स इन वर्किंग कंडीशन। उसकी रिस्पॉन्सिबिलिटी होंदी है कि जो मशीनरी प्रोडक्शन डिपार्टमेंट विच यूज़ हो रही है वो वर्किंग कंडीशन दे विच है या नहीं। इंस्पैक्टर। ही इंस्पैक्ट्स द थिंग्स प्रोड्यूस्ड एंड compare the quality with the standard prescribed for them and try to find out the difference। जो इंस्पैक्टर की रिस्पॉन्सिबिलिटी हैगी आ कि जो प्रोडक्ट प्रोड्यूस होया वा उसकी क्वालिटी जिहड़ी हैगी आ ਉਹ ਉਹਨਾਂ ਦੇ जो उन्होंने स्टैंडर्ड प्रिस्क्राइब किया गया वा ਉਹਦੇ अकॉर्डिंग है या नहीं। इन केस जेकर वो प्रोडक्शन जिहड़ी हुई है प्रोडक्ट की, ठीक है, उन्होंने दे अकॉर्डिंग नहीं हैगी, क्वालिटी अच्छी नहीं हैगी, दैन वो की है उस टाइम ते इमीडिएटली एक्शन ले सकता है। नेक्स्ट, सिंपलीफिकेशन। सिंपलीफिकेशन मीनस पुटिंग एन एंड टू द अननैसेसरी टाइप्स क्वालिटी साइज एक्सैक्ट्रा। मीनस आप अपने प्रोडक्शन डिपार्टमेंट दे विच जो वर्क कर रहे हैं, ठीक है, जो प्रोडक्ट बना रहे हैं उहदे विच आपां सिंपलीफिकेशन लैके आउणी आ। जो अननैसेसरी, ठीक है, थिंग्स होणगे जिद्दां टाइप क्वालिटीज़ उन्हां नूं की आपां एलिमीनेट करना, मीनस खत्म करना वा। हुण फॉर एग्जाम्पल की आ जिहड़ी एक शू मैਨੂਫੈਕਚਰਿੰਗ कंपनी आ ਉਹਦੇ जो साइज़ बन रहे हैं शूज़ के वो हैगे 1, 0, 1, 2, 3 एंड सो ऑन। अगर जेकर उन्होंने जिहड़े शूज़ के साइज़ बनाने लई कहा जाए 0.5, 1, 1.25 तो एक रॉन्ग मैथड होवेगा। मूव टू द नैक्सट पॉइंट, स्टैंडर्डाइजेशन। प्रोडक्शन डिपार्टमेंट ਦੇ ਵਿੱਚ जब आप कोई वर्क करते हैं, ठीक है, तो उन्होंने की ਆਪਾਂ ਨੂੰ ਧਿਆਨ ਵਿੱਚ ਰੱਖਣਾ ਹੋਏਗਾ कि ਜਿਹੜਾ ਆਪਾਂ वर्क करते पे हैं, ठीक है, ਉਹਦੇ ਵਿੱਚ ਇੱਕ ਸਟੈਂਡਰਡ जो फिक्स ਹੁੰਦਾ ਵਾ ਉਹਦੇ ਅਕੋਰਡਿੰਗ ਹੀ ਹੋਣਾ ਚਾਹੀਦਾ ਵਾ। मीनस कि ਉਹਦੀ ਕੁਆਲਿਟੀ ਵੱਲ ਵੀ ਧਿਆਨ ਦਿੱਤਾ ਜਾਵੇ। ਆਪਾਂ जो वर्क करने ਲਈ टूल्स इक्विपमेंट जो मशीनरी यूज़ करते हैं वो भी क्वालिटी वाइज अच्छी होनी चाहिए, क्योंकि ਆਪਾਂ सिर्फ क्वांटिटी ਵੱਲ ध्यान नहीं देना, साथ ही साथ ਆਪਾਂ ਨੂੰ क्वालिटी ਵੱਲ भी देखना पेगा। Next, objective of standardization. To reduce a given line of product to fixed size, shape and characteristics. Means जो प्रोडक्शन डिपार्टमेंट ਦੇ ਵਿੱਚ प्रोडक्ट बन रहे ਉਹਨਾਂ ਦਾ साइज़, शेप, जो फीचर हैगे ਉਹ ਕੀ फिक्सड होने चाहिए आ। सैकेंड, टू अलाउ इंटरचेंजेबिलिटी ऑफ मैਨੂਫੈਕਚਰਡ पार्ट। अगर कोई अपना मशीनरी जिहड़ी हैगी आ इन केस खराब हो रही है तो ਆਪਾਂ ਨੂੰ ਉਹਦੇ ਜਿਹੜੇ ਈਜ਼ਲੀ ਪਾਰਟਸ ਹੈਗੇ ਆ ਮਿਲ ਸਕਣ, ਮੀਨਸ ਆਪਾਂ ਚੇਂਜ ਕਰ ਸਕੀਏ ਉਹਨਾਂ ਨੂੰ। ਥਰਡ, ਟੂ ਮੇਨਟੇਨ ਕੁਆਲਿਟੀ ਸਟੈਂਡਰਡ। ਆਪਾਂ ਨੂੰ ਕੁਆਂਟਿਟੀ ਦੇ ਨਾਲ ਨਾਲ ਕੀ ਹੈ ਕੁਆਲਿਟੀ ਨੂੰ ਵੀ ਮੇਨਟੇਨ ਕਰਨਾ ਪਏਗਾ। ਟੂ ਸੈਟ ਅਪ ਪਰਫਾਰਮੈਂਸ। ਅਗਰ ਕੁਆਲਿਟੀ ਆਪਾਂ ਮੇਨਟੇਨ ਕਰ ਲਈ ਤਾਂ ਉਸ ਦੇ ਨਾਲ ਕੀ ਇੱਕ ਪਰਫਾਰਮੈਂਸ ਨੂੰ ਵੀ ਆਪਾਂ ਸੈਟਅਪ ਕਰ ਸਕਦੇ ਹਾਂ। ਨੈਕਸਟ, ਮੈਥਡ ਸਟੱਡੀ। It refers to identifying the most suitable way to do a particular activity। ਇਹਦਾ ਮਤਲਬ ਕੀ ਹੈਗਾ ਵਾ, ਹੁਣ ਦੇਖੋ ਸਕੂਲ ਔਰ ਕਾਲਜਿਸ ਦੇ ਵਿੱਚ ਕੀ ਹੈਗਾ ਵਾ, ਹਰ ਇੱਕ ਟੀਚਰ ਦਾ ਅਲੱਗ-ਅਲੱਗ ਮੈਥਡ ਹੁੰਦਾ, ਵੇ ਹੁੰਦਾ ਪੜ੍ਹਾਉਣ ਦਾ, ਬਟ ਉਹਦੇ ਵਿੱਚੋਂ ਸਟੂਡੈਂਟ ਕਿਸ ਵੇ ਨੂੰ ਆਪਟ ਕਰਦੇ ਆ ਕਿ ਉਹਨਾਂ ਨੂੰ ਕਿਹੜਾ ਵੇ ਅੱਛੀ ਤਰ੍ਹਾਂ ਨਾਲ ਸਮਝ ਆਉਂਦਾ ਵਾ, ਠੀਕ ਹੈ, ਆਪਾਂ ਇਹ ਦੇਖਣਾ। ਇਸੇ ਤਰ੍ਹਾਂ ਪ੍ਰੋਡਕਸ਼ਨ ਡਿਪਾਰਟਮੈਂਟ ਦੇ ਵਿੱਚ ਵੀ ਕੀ ਆ ਅਲੱਗ-ਅਲੱਗ ਬਹੁਤ ਸਾਰੇ ਐਕਟੀਵਿਟੀਜ਼ ਹੁੰਦੀਆਂ, ਉਹਨਾਂ ਦੇ ਜੋ ਮੈਥਡਸ ਹੈ ਅਲੱਗ-ਅਲੱਗ ਹੁੰਦੇ, ਬਟ ਆਪਾਂ ਉਹਨਾਂ ਦੇ ਵਿੱਚੋਂ ਕੀ ਆ ਦ ਮੇਨ ਆਬਜੈਕਟਿਵ ਆਫ ਦਿਸ ਸਟੱਡੀ ਇਜ਼ ਟੂ ਫਾਈਂਡ ਆਊਟ ਵਨ ਬੈਸਟ ਵੇ ਆਫ ਡੂਇੰਗ ਦ ਜੌਬ। नेक्स्ट है मोशन स्टडी।
It refers to a technique to study the movements those are necessary for doing a well defined job or work। ਹੁਣ ਆਪਾਂ ਇੱਕ मूवी कैमरा ਜਿਹਦੀ एग्जाम्पल ਲੈਂਦੇ ਹਾਂ। ਜਿੱਦਾਂ ਕਿ ਹੁਣ ਇੱਕ कैमरा ਵਾ ਉਹਨੇ ਆਪਣੇ ਹਰੇਕ ਮੂਵਮੈਂਟ ਨੂੰ ਕੀ ਕੈਪਚਰ ਕਰ ਲੈਣਾ ਹੁੰਦਾ ਵਾ, ਬਟ ਉਹਦੇ ਵਿੱਚ ਆਪਾਂ ਜਦ ਕੀ ਆ ਕੋਈ ਮੂਵੀ ਨੂੰ ਕੀ ਆਪਾਂ ਇੱਕ ਪ੍ਰੈਜ਼ੈਂਟ ਕਰਦੇ ਹਾਂ, ਉਹਦੇ ਵਿੱਚ ਜੋ ਅਨਨੈਸੈਸਰੀ ਮੋਸ਼ਨ ਹੈਗੇ ਆ ਉਹ ਕੀ ਆਪਾਂ ਐਲੀਮੀਨੇਟ ਮੀਨਸ ਖਤਮ ਕਰ ਦਿੰਦੇ ਹਾਂ। ਇਸੇ ਤਰ੍ਹਾਂ ਪ੍ਰੋਡਕਸ਼ਨ ਡਿਪਾਰਟਮੈਂਟ ਦੇ ਵਿੱਚ ਵੀ ਕੀ ਆ ਕਿ ਜੋ ਅਨਨੈਸੈਸਰੀ ਐਕਟੀਵਿਟੀਜ਼ ਆਪਾਂ ਉਹਨਾਂ ਨੂੰ ਐਲੀਮੀਨੇਟ ਕਰਨਾ ਵਾ। ਠੀਕ ਹੈ। ਨੈਕਸਟ ਹੈ ਟਾਈਮ ਸਟੱਡੀ। ਇਟ ਰੈਫਰ ਟੂ ਡਿਟਰਮਿਨਿੰਗ ਦ ਸਟੈਂਡਰਡ ਟਾਈਮ ਰਿਕੁਆਇਰਡ ਟੂ ਕੰਪਲੀਟ ਅ ਪਰਟੀਕੂਲਰ ਐਕਟੀਵਿਟੀ। ਮੀਨਸ ਹੁਣ ਪ੍ਰੋਡਕਸ਼ਨ ਡਿਪਾਰਟਮੈਂਟ ਦੇ ਵਿੱਚ ਅਗਰ ਕੋਈ ਵਰਕ ਚੱਲ ਰਿਹਾ, ਕੋਈ ਆਪਾਂ ਨੂੰ ਟਾਸਕ ਦਿੱਤਾ ਗਿਆ ਔਰ ਨਾਲ ਹੀ ਆਪਾਂ ਨੂੰ ਇਹ ਵੀ ਦੱਸ ਦਿੱਤਾ ਗਿਆ ਵਾ ਕਿ ਇਹ ਜਿਹੜਾ ਵਰਕ ਹੈ ਇੰਨੇ ਟਾਈਮ ਦੇ ਵਿੱਚ ਹੋਣਾ ਚਾਹੀਦਾ ਵਾ। ਹੁਣ ਟਾਈਮ ਸਟੱਡੀ ਦੀ ਹੈਲਪ ਨਾਲ ਕੀ ਆਪਾਂ ਇਹ ਪਤਾ ਲਗਾ ਸਕਦੇ ਹਾਂ ਕਿ ਕਿਸ ਵਰਕਰ ਨੇ ਕਿੰਨੇ ਟਾਈਮ ਤੱਕ ਕੰਮ ਕੀਤਾ। ਜੇਕਰ ਕੋਈ ਵਰਕਰ ਜਿਹੜਾ ਵਾ ਗਿਵਨ ਟਾਈਮ ਪੀਰੀਅਡ ਤੋਂ ਵੱਧ ਟਾਈਮ ਲਗਾ ਰਿਹਾ ਵਾ ਤਾਂ ਉਹਨੂੰ ਕੀ ਆ ਮੋਟੀਵੇਟ ਕੀਤਾ ਜਾ ਸਕੇ। ਸਟੈਪ ਫਟੀਗ ਸਟੱਡੀ ਮੀਨਸ fatigue means ਹੁੰਦਾ ਥਕਾਵਟ। it refer to determining the duration and frequency of rest interval to complete a particular job। ਅਗਰ ਹੁਣ ਆਪਾਂ ਕਿਸੇ ਆਰਗੇਨਾਈਜੇਸ਼ਨ, ਕਿਸੇ ਸਕੂਲ, ਕਾਲਜਿਸ ਕਿਤੇ ਵੀ ਕੰਮ ਕਰ ਰਹੇ ਹਾਂ, ਠੀਕ ਹੈ, ਜੌਬ ਕਰ ਰਹੇ ਹਾਂ, ਤਾਂ ਉੱਥੇ ਵਰਕਰ ਨੂੰ ਕੀ ਆ ਇੱਕ ਥੋੜ੍ਹਾ ਜਿਹਾ ਸਪੇਸ ਚਾਹੀਦੀ ਵਰਕ ਤੋਂ, ਮੀਨਸ ਆਪਾਂ ਜਿਹਦੇ ਵਿੱਚ ਆਪਾਂ ਰੈਸਟ ਕਰ ਸਕੀਏ, ਕਿਉਂਕਿ ਰੈਸਟ ਕਰਨ ਤੋਂ ਬਾਅਦ ਆਪਾਂ ਅਗੇਨ ਫੁੱਲ ਕਪੈਸਿਟੀ ਨਾਲ ਜਿਹੜਾ ਕੰਮ ਜਿਹੜਾ ਵਾ ਈਜ਼ਲੀ ਕਰ ਸਕਦੇ ਹਾਂ। ਦਾ ਮੇਨ ਆਬਜੈਕਟਿਵ ਆਫ ਦਿਸ ਸਟੱਡੀ ਇਜ਼ ਟੂ ਮੇਨਟੇਨ ਦਾ ਐਫੀਸ਼ੀਐਂਸੀ, ਜਿਹਦੇ ਨਾਲ ਕਿ ਵਰਕਰ ਦੀ ਐਫੀਸ਼ੀਐਂਸੀ ਜਿਹੜੀ ਹੈ ਮੇਨਟੇਨ ਹੋ ਸਕਦੀ ਹੈ, ਇਨਕਰੀਜ਼ ਹੋ ਸਕਦੀ ਹੈ। ਦੇयर ਮੇ ਬੀ ਸੋ ਮੈਨੀ ਕਾਜ਼ਜ਼ ਆਫ ਫਟੀਗ ਸਚ ਐਸ ਲੌਂਗ। ਥਕਾਵਟ ਕਿਸ ਤਰ੍ਹਾਂ ਹੁੰਦੀ ਆ, ਬਹੁਤ ਸਾਰੇ ਇਹਦੇ ਕਾਜ਼ਜ਼ ਹੈਗੇ ਆ। ਲੌਂਗ ਵਰਕਿੰਗ ਆਰ, ਜੇਕਰ ਆਪਾਂ ਲਗਾਤਾਰ ਕੰਮ ਕਰ ਰਹੇ ਹਾਂ। ਪੂਅਰ ਵਰਕਿੰਗ ਕੰਡੀਸ਼ਨ, ਠੀਕ ਹੈ, ਜਿੱਥੇ ਆਪਾਂ ਵਰਕ ਕਰ ਰਹੇ ਹਾਂ ਉੱਥੇ ਕੰਡੀਸ਼ਨ ਜਿਹੜੀ ਹੈ ਬਹੁਤ ਜ਼ਿਆਦਾ ਖਸਤਾ ਹਾਲਤ ਆ ਉੱਥੋਂ ਦੀ, ਮੀਨਸ ਪੂਅਰ ਆ। ਅਨਸੂਟੇਬਲ ਵਰਕ, ਅਨਹੈਪੀ ਰਿਲੇਸ਼ਨ ਵਿਦ ਦ ਬੌਸ ਐਕਸੈਕਟਰਾ। ਇਹਦੇ ਨਾਲ ਕੀ ਆ ਇੱਕ ਜਿਹੜੀ ਜੋ ਸਾਇੰਟੀਫਿਕ ਮੈਨੇਜਮੈਂਟ ਦੇ ਵਿੱਚ ਟੈਕਨੀਕ ਹੈਗੀ ਹੈ ਫਟੀਗ ਸਟੱਡੀ ਨੂੰ ਤਾਂ ਹੀ ਵਿੱਚ ਇਨਵੋਲਵ ਕੀਤਾ ਗਿਆ ਵਾ ਤਾਂ ਜੋ ਜਿਹੜੇ ਵਰਕਰ ਆ ਰੈਸਟ ਤੋਂ ਬਾਅਦ ਆਪਣਾ ਕੰਮ ਜਿਹੜਾ ਫੁੱਲ ਐਨਰਜੀ ਨਾਲ ਕਰ ਸਕਣ। ਨੈਕਸਟ ਹੈ ਡਿਫਰੈਂਸ਼ੀਅਲ ਵੇਜ ਸਿਸਟਮ ਐਂਡ ਡਿਫਰੈਂਸ਼ੀਅਲ ਪੀਸ ਰੇਟ। ਜੋ ਟੇਲਰ ਆ ਉਸਨੇ ਐਡਵਾਈਸ ਕੀਤਾ ਇੰਪਲੋਇਜ਼ ਨੂੰ ਮੋਟੀਵੇਟ ਕਰਨਾ ਵਾ। ਮੋਟੀਵੇਟ ਕਿੱਦਾਂ ਕੀਤਾ ਜਾਏਗਾ ਕਿ ਵੇਜਿਸ ਜਿਹੜੀਆਂ ਵਾ ਉਹ ਪੇ ਕੀਤੀਆਂ ਜਾਣ ਔਨ ਦਾ ਬੇਸਿਸ ਆਫ ਵਰਕ ਡਨ, ਨਾਟ ਔਨ ਦਾ ਬੇਸਿਸ ਆਫ ਟਾਈਮ ਸਪੈਂਡ, ਵੀ ਉਹਨੇ ਕਿੰਨਾ ਟਾਈਮ ਸਪੈਂਡ ਕੀਤਾ ਉਸ ਦੇ ਬੇਸਿਸ 'ਤੇ ਨਹੀਂ ਹੋਣਾ ਚਾਹੀਦਾ। ਇਨ ਦਿਸ ਸਿਸਟਮ ਟੂ ਡਿਫਰੈਂਟ ਵੇਜ ਰੇਟ ਆਰ ਯੂਜ਼ਡ, ਵਨ ਇਜ਼ ਹਾਈ ਵੇਜ ਰੇਟ ਐਂਡ ਲੋ ਵੇਜ ਰੇਟ। ਹਾਈ ਵੇਜ ਰੇਟ ਉਹਨਾਂ ਵਰਕਰ ਲਈ ਹੈਗਾ ਵਾ ਜਿਹੜੇ ਵਰਕ ਜਿਹੜਾ ਕਰ ਰਹੇ ਇੱਕ ਪ੍ਰੋਪਰ ਟਾਈਮ ਦੇ ਉੱਤੇ, ਜਿੰਨਾ ਉਹਨਾਂ ਨੂੰ ਟਾਈਮ ਦਿੱਤਾ ਗਿਆ ਵਾ ਉਹਨਾਂ ਨੂੰ ਹਾਈ ਵੇਜ ਰੇਟ ਦਿੱਤਾ ਜਾਣਾ ਚਾਹੀਦਾ। ਔਰ ਲੋ ਵੇਜ ਰੇਟ ਉਹਨਾਂ ਵਰਕਰ ਨੂੰ ਦਿੱਤਾ ਜਾਣਾ ਚਾਹੀਦਾ ਵਾ ਜਿਹੜੇ ਕਿ ਪ੍ਰੋਡਕਟ ਜ਼ਰੂਰ ਪ੍ਰੋਡਿਊਸ ਕਰ ਰਹੇ ਆ ਬਟ ਜਿੰਨਾ ਉਹਨਾਂ ਨੂੰ ਗਿਵਨ ਟਾਈਮ ਦਿੱਤਾ ਗਿਆ ਉਸ ਟਾਈਮ ਪੀਰੀਅਡ ਤੋਂ ਵੱਧ ਟਾਈਮ ਲੈ ਰਹੇ ਆ, ਉਹਨਾਂ ਨੂੰ ਲੋਅਰ ਵੇਜ ਰੇਟ ਸਿਸਟਮ ਦਿੱਤਾ ਜਾਣਾ ਚਾਹੀਦਾ ਵਾ। ਐਟ ਦ ਐਂਡ ਮਾਈ ਡੀਅਰ ਸਟੂਡੈਂਟ, ਤੁਸੀਂ ਵੀਡੀਓ ਨੂੰ ਕੀ ਆ ਪੂਰੀ ਐਂਡ ਤੱਕ ਦੇਖੋਗੇ ਔਰ ਜੇਕਰ ਕਿਸੇ ਨੂੰ ਕੋਈ ਵੀ ਕੁਐਰੀ ਹੈਗੀ ਤਾਂ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ। ਥੈਂਕ ਯੂ।